हाँ जी स्टूडेंट्स वेलकम करते हैं ਤੁਹਾਡਾ ਤੂੰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਸਟੂਡੈਂਟਸ ਦੇ ਲਈ ਜਿਹੜੇ ਕਿ ਪਾਠ ਅਭਿਆਸ ਵਾਲੀਆਂ ਜਿਹੜੇ ਤੁਹਾਡੇ ਪੱਤਰ ਨੇ ਉਹ ਲੈ ਕੇ ਆਇਆ। ਤੇ ਜਿਵੇਂ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਜਿਹੜੇ ਕਿ ਤੁਹਾਡੇ ਸੋਲਵਰ ਨੇ ਜਿਹੜੇ ਤੁਹਾਡੇ ਬੁੱਕ ਦੇ ਵਿੱਚ 7 ਉਹ ਆਪਾਂ ਆਲਰੇਡੀ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ। ਅਗਰ ਉਹ ਨਹੀਂ ਵੀਡੀਓ ਵਾਚ ਕੀਤੀ ਤਾਂ ਉਹਨੂੰ ਜ਼ਰੂਰ ਵਾਚ ਕਰੋ। ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ, ਠੀਕ ਹੈ। ਪਹਿਲਾਂ ਵਾਲੀ ਵੀਡੀਓ ਉਹਨੂੰ ਵਾਚ ਕਰ ਲਿਓ। ਹੁਣ ਇਸ ਦੇ ਵਿੱਚ ਆਪਾਂ ਕਰਾਂਗੇ ਪਾਠ ਅਭਿਆਸ ਦੇ ਵਿੱਚ ਜਿਹੜੇ ਤੁਹਾਡੇ ਪੱਤਰ ਨੇ ਤੁਹਾਨੂੰ ਸਮਝਾ ਕੇ ਕਰਵਾਉਂਗੀ ਮੈਂ, ਠੀਕ ਹੈ। ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਅਗਰ ਤੁਸੀਂ ਇੱਕ ਵਾਰ ਸਮਝ ਵੀ ਲਈਆਂ ਤਾਂ ਇਹਨਾਂ ਨੂੰ ਮਤਲਬ ਕਿ ਤਾਂ ਜਦੋਂ ਤੁਹਾਡੇ ਜਿਹੜੇ ਕਿ ਯਾਦ ਹੋ ਜਾਣਗੀਆਂ ਉਹਨਾਂ ਨੂੰ ਬਾਰ-ਬਾਰ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਵੀ ਨਹੀਂ ਪੈਣੀ ਹੈਗੀ, ਠੀਕ ਹੈ। ਜਸਟ ਇੱਕ ਵਾਰ ਸਮਝ ਕੇ ਦੇਖੋ ਵੀ ਕਿੱਥੋਂ ਕਿਵੇਂ ਐਡਰੈਸ ਲਿਖਣਾ, ਫਿਰ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ ਉਹਨੂੰ। ਸੋ ਧਿਆਨ ਦੇ ਨਾਲ ਦੇਖਣਾ। ਹਾਂਜੀ ਦੇਖੋ, ਸਭ ਤੋਂ ਪਹਿਲਾਂ ਤਾਂ ਹੈ ਤੁਹਾਡੀ ਪੰਜਾਬ ਖੇਤੀਬਾੜੀ ਲੁਧਿਆਣਾ, ਠੀਕ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ। ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਪੱਤਰ ਕਿਹਨੂੰ ਲਿਖਣਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਕਿ ਇਹਦਾ ਸੱਜੇ ਪਾਸੇ ਪਹਿਲਾਂ ਆਪਣਾ ਐਡਰੈਸ ਲਿਖਣਾ। ਆਪਣਾ ਐਡਰੈਸ ਅਗਰ ਤਾਂ ਦਿੱਤਾ ਹੋਇਆ ਉੱਥੇ ਵੀ ਤੁਸੀਂ ਇਹ ਹੋ, ਤੁਸੀਂ ਇੱਥੇ ਰਹਿ ਰਹੇ ਹੋ, ਫਿਰ ਤਾਂ ਉਹੀ ਲਿਖਣਾ। ਅਗਰ ਨਹੀਂ ਦਿੱਤਾ ਹੋਇਆ ਤਾਂ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ, ਜਾਂ ਫਿਰ ਤੁਸੀਂ ਲਿਖੋ ਪ੍ਰੀਖਿਆ ਭਵਨ, ਠੀਕ ਹੈ। ਐਡਰੈਸ ਦਾ ਵੀ ਅਗਰ ਤੁਹਾਨੂੰ ਕਨਫਿਊਜ਼ਨ ਆ ਤਾਂ ਤੁਸੀਂ ਸੱਜੇ ਪਾਸੇ ਪ੍ਰੀਖਿਆ ਭਵਨ ਕੌਮਾ, ਠੀਕ ਹੈ, ਸ਼ਹਿਰ ਡੈਸ਼ ਸ਼ਹਿਰ ਭਾਵ ਕਿ ਤੁਸੀਂ ਸ਼ਹਿਰ ਦਾ ਨਾਮ ਲਿਖ ਦਿਓ, ਡੰਡੀ। ਫਿਰ ਹਵਾਲਾ ਨੰਬਰ ਜ਼ਰੂਰ ਲਿਖਣਾ। ਹਵਾਲਾ ਨੰਬਰ 'ਚ 1 2 3 4 ਜੋ ਮਰਜ਼ੀ ਲਿਖ ਦਿਓ, 3 ਅੱਖਰੀ, ਠੀਕ ਹੈ, 4 ਅੱਖਰੀ ਜੋ ਮਰਜ਼ੀ ਲਿਖੋ, ਚਾਹੇ 1 2 3 4 ਪਾ ਦਿਓ, ਠੀਕ ਹੈ। ਹਵਾਲਾ ਨੰਬਰ। ਉਸ ਤੋਂ ਬਾਅਦ ਹਵਾਲਾ ਨੰਬਰ ਤੋਂ ਬਾਅਦ ਤੁਸੀਂ ਪਾਉਣੀ ਹੈ ਮਿਤੀ, ਠੀਕ ਹੈ। ਮਿਤੀ ਪਾ ਕੇ ਲਾਸਟ ਦੇ ਵਿੱਚ ਡੰਡੀ ਨਹੀਂ ਪਾਉਣੀ, ਕੌਮਾ ਪਾਉਣਾ। ਇਹ ਕੌਮਾ ਡੰਡੀ ਦਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਇਹੀ ਹੀ ਚੀਜ਼ ਤੁਹਾਡੀ ਬਹੁਤ ਮੈਟਰ ਕਰਦੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਕਿਹਨੂੰ ਲਿਖਣੀ ਹੈ, ਸੇਵਾ ਵਿਖੇ, ਠੀਕ ਹੈ। ਫਿਰ ਲਿਖਣੀ ਹੈ ਸੇਵਾ ਵਿਖੇ। ਲਿਖਣ ਤੋਂ ਬਾਅਦ ਫਿਰ ਤੁਸੀਂ ਲਿਖਣਾ, ਦੇਖੋ ਇੱਥੇ ਪਤਾ ਲੱਗ ਰਿਹਾ ਸੂਚਨਾ ਅਧਿਕਾਰੀ ਨੂੰ ਲਿਖਣੀ ਹੈ ਤਾਂ ਤੁਸੀਂ ਲਿਖੋਗੇ ਸੂਚਨਾ ਅਫਸਰ ਜਾਂ ਸੂਚਨਾ ਅਧਿਕਾਰੀ। ਕਿੱਥੋਂ ਦੇ ਨੂੰ ਲਿਖਣੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਠੀਕ ਹੈ। ਸੈਕਿੰਡ ਐਡਰੈਸ ਜਿਹੜਾ ਹੁੰਦਾ ਵੀ ਜਿਸ ਨੂੰ ਪੱਤਰ ਲਿਖਣੀ ਉੱਥੇ ਦਿੱਤਾ ਵਾ ਹੋਊਗਾ ਤੁਹਾਨੂੰ ਉਹਦੇ ਵਿੱਚੋਂ ਹੀ। ਫਿਰ ਤੁਸੀਂ ਲਿਖਣਾ ਵਿਸ਼ਾ, ਠੀਕ ਹੈ। ਵਿਸ਼ਾ ਲਿਖਣ ਤੋਂ ਬਾਅਦ ਫਿਰ ਸ਼੍ਰੀਮਾਨ ਜੀ ਲਿਖਣਾ, ਠੀਕ ਹੈ। ਹੁਣ ਇੱਥੇ ਕੌਮਾ ਪਾਉਣਾ, ਜਿੱਥੇ ਤੁਸੀਂ ਜ਼ਿਲ੍ਹਾ ਲਿਖਿਆ ਉੱਥੇ ਡੰਡੀ ਪਾਉਣੀ ਹੈ, ਠੀਕ ਹੈ। ਤੇ ਵਿਸ਼ਾ ਜਿਸ ਬਾਰੇ ਹੈ ਟੌਪਿਕ, ਜਿੱਥੋਂ ਅੱਗੇ ਤੋਂ ਤੁਹਾਨੂੰ ਪਤਾ ਲੱਗ ਜੂਗਾ। ਪੱਤਰ ਲਿਖੋ ਜਿਸ ਵਿੱਚ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮ, ਖੇਤੀਬਾੜੀ ਸਾਹਿਤ, ਸਾਉਣੀ ਦੀਆਂ ਫਸਲਾਂ ਨੂੰ ਸੰਭਾਵਿਤ ਰੋਗਾਂ ਅਤੇ ਰੋਕਥਾਮ ਬਾਰੇ ਇਹ ਸਾਰੇ ਵੇਰਵਿਆਂ ਦੀ ਮੰਗ ਕਰਨੀ ਹੈ ਤੁਸੀਂ, ਮਤਲਬ ਕਿ ਤੁਹਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਾਵੇ ਤਾਂ ਤੁਸੀਂ ਇਹੀ ਵਿਸ਼ਾ ਲਿਖ ਦੇਣਾ, ਠੀਕ ਹੈ। ਵੀ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਦੀ ਉਪਲਬਧਤਾ, ਇਹਨਾਂ ਦੀ ਰੋਕਥਾਮ, ਰੋਗਾਂ ਦੀ ਰੋਕਥਾਮ, ਇਹਦੇ ਬਾਰੇ ਜਾਣਕਾਰੀ ਲੈਣੀ ਹੈ। ਫਿਰ ਲਿਖਣਾ ਸ਼੍ਰੀਮਾਨ ਜੀ, ਤੇ ਵਿਸ਼ਾ ਲਿਖਣ ਤੋਂ ਬਾਅਦ ਡੰਡੀ ਪਾਉਣੀ ਹੈ ਲਾਸਟ 'ਚ, ਠੀਕ ਹੈ। ਫਿਰ ਸ਼੍ਰੀਮਾਨ ਜੀ। ਫਿਰ ਤੁਸੀਂ ਜਿਹੜੇ ਕਿ ਆਪਣੇ ਕੋਲੋਂ ਇਹਨੂੰ ਜਿਵੇਂ ਮਰਜ਼ੀ ਬਣਾ ਸਕਦੇ ਵੀ ਸਾਨੂੰ ਇਸ ਚੀਜ਼ ਬਾਰੇ ਜਿਹੜੀ ਕਿ ਜਾਣਕਾਰੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੇ ਕਿ ਵਧੀਆ ਝਾੜ ਲੈ ਸਕੀਏ, ਸਾਡੀਆਂ ਫਸਲਾਂ ਵਧੀਆ ਹੋ ਸਕਣ, ਠੀਕ ਹੈ, ਐਵੇਂ। ਤੇ ਐਂਡ ਦੇ ਵਿੱਚ ਸਟੂਡੈਂਟਸ ਤੁਹਾਡਾ ਜਿਹੜੇ ਕਿ ਆਪ ਜੀ ਦੇ ਉੱਤਰ ਦੀ ਉਡੀਕ ਵਿੱਚ ਧੰਨਵਾਦ ਸਾਹਿਤ, ਠੀਕ ਹੈ, ਜਾਂ ਧੰਨਵਾਦ ਸਾਹਿਤ ਤੋਂ ਬਾਅਦ ਆਪ ਜੀ ਦਾ ਵਿਸ਼ਵਾਸ ਪਾਤਰ। ਫਿਰ ਨੇਮ, ਜੇ ਨੇਮ ਨਹੀਂ ਲਿਖਣਾ ਤਾਂ ਊੜਾ ਆੜਾ ਈੜੀ। ਇਹੀ ਤੁਹਾਡਾ ਲਾਸਟ ਦੇ ਵਿੱਚ 1 ਮਾਰਕਸ ਦਵਾਉਂਦਾ, ਸਟਾਰਟਿੰਗ ਦੇ ਵਿੱਚ 2 ਮਾਰਕਸ, ਠੀਕ ਹੈ। ਸੋ ਵਿਚਲਾ ਹੈਗਾ ਤੁਹਾਡਾ ਕੰਟੈਂਟ 4 ਮਾਰਕਸ ਦਾ। ਇਸ ਤਰੀਕੇ ਨਾਲ ਤੁਹਾਡੀ ਜਿਹੜੀ ਕਿ ਇਹ ਪੱਤਰ ਡਿਵਾਈਡ ਹੈ। ਹਾਂਜੀ, ਹੁਣ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਹੁਣ ਅਗਲੇ ਮਹੀਨੇ ਤੋਂ ਪੰਜਾਬ ਦੇ ਪਿੰਡਾਂ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਆਰੰਭ ਹੋਣ ਜਾਣੀ ਹੈ। ਤੇ ਮੈਂ ਇੱਕ ਸਫਲ ਕਿਸਾਨ ਬਣਨ ਦਾ ਚਾਹਵਾਨ ਹੋਣ ਕਰਕੇ ਆਪ ਜੀ ਨੂੰ ਹੇਠ ਲਿਖੇ ਅਨੁਸਾਰ ਸੂਚਨਾ ਭੇਜਣ ਲਈ ਬੇਨਤੀ ਕਰਦਾ ਵੀ ਮੈਨੂੰ ਹੇਠ ਲਿਖੇ ਅਨੁਸਾਰ ਹੈ ਜਿਹੜੀ ਕਿ ਤੁਹਾਡੇ ਵੱਲੋਂ ਸਾਰੀ ਜਾਣਕਾਰੀ ਚਾਹੀਦੀ ਆ। ਕਣਕ, ਬਾਜਰੇ, ਚਰੀ ਦਾਲਾਂ ਦੇ ਨਵੇਂ ਤੇ ਉੱਤਮ ਬੀਜ ਕਿਹੜੇ ਨੇ ਤੇ ਕਿੱਥੋਂ ਮਿਲ ਸਕਦੇ ਨੇ, ਇਹਨਾਂ ਦਾ ਝਾੜ ਕਿੰਨਾ ਤੇ ਇਹਨਾਂ ਦੀ ਬਿਜਾਈ ਸਮੇਂ ਕਿਹੜੇ ਸਾਵਧਾਨੀਆਂ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਸੈਕਿੰਡ ਹੈ ਇਹਨਾਂ ਫਸਲਾਂ ਨੂੰ ਸਮੇਂ ਤੇ ਕਿਹੜੇ ਰੋਗ ਲੱਗਦੇ ਨੇ, ਸਮੇਂ ਤੇ ਉਹਨਾਂ ਦੀ ਰੋਕਥਾਮ ਦੇ ਤਰੀਕੇ, ਦਵਾਈਆਂ ਕਿਹੜੀਆਂ ਨੇ, ਇਹਨਾਂ ਦੀ ਵਰਤੋਂ ਸੰਬੰਧੀ ਕਿੰਨਾ ਸਾਵਧਾਨੀ ਦੀ ਜ਼ਰੂਰਤ ਹੈ। ਥਰਡ, ਇਸ ਤੋਂ ਇਲਾਵਾ ਸਾਉਣੀ ਦੇ ਫਸਲਾਂ ਲਈ ਬੀਜਾਂ ਦੀ ਚੋਣ, ਬਿਜਾਈ, ਫਸਲਾਂ ਦੀ ਸਾਂਭ ਸੰਭਾਲ, ਸਿਖਲਾਈ ਕਿੱਥੇ ਤੇ ਕਦੋਂ ਪ੍ਰਾਪਤ ਹੁੰਦੀ ਹੈ। ਫੋਰਥ ਹੈ ਇਸ ਨਾਲ ਸੰਬੰਧਿਤ ਛਪਿਆ ਖੇਤੀਬਾੜੀ ਸਾਹਿਤ ਵੀ ਭੇਜਿਆ ਜਾਵੇ। ਤੇ ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ ਧੰਨਵਾਦ ਸਾਹਿਤ, ਠੀਕ ਹੈ।
ਅੱਗੇ ਫਿਰ ਸੈਕਿੰਡ ਹੈ ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ ਤੇ ਆਪਣੇ ਜ਼ਿਲ੍ਹੇ ਨੂੰ ਮੱਛੀ ਪਾਲਣ ਅਫਸਰ ਨੂੰ ਇੱਕ ਪੱਤਰ ਲਿਖੋ ਤੇ ਇਸ ਪਾਸੋਂ ਮੱਛੀ ਪਾਲਣ ਸੰਬੰਧੀ ਸਰਕਾਰ ਵੱਲੋਂ ਮਿਲਦੀ ਸਬਸਿਡੀ ਬਾਰੇ ਪੁੱਛਣਾ। ਤਾਂ ਇਹਦੇ ਵਿੱਚ ਪਿੰਡ ਤੇ ਡਾਕਖਾਨਾ, ਠੀਕ ਹੈ, ਜ਼ਿਲ੍ਹਾ, ਮਤਲਬ ਕਿ ਐਡਰੈਸ ਵਗੈਰਾ ਤੁਸੀਂ ਆਪਣੇ ਕੋਲੋਂ ਬਣਾ ਸਕਦੇ ਹੋ, ਜਿਵੇਂ ਤੁਹਾਨੂੰ ਦੱਸਿਆ ਦਿੱਤਾ, ਪ੍ਰੀਖਿਆ ਭਵਨ ਡੈਡਾ ਸ਼ਹਿਰ, ਮਿਤੀ, ਠੀਕ, ਹਵਾਲਾ ਨੰਬਰ, ਠੀਕ ਹੈ। ਫਿਰ ਇੱਧਰੋਂ ਕਿਹਨੂੰ ਲਿਖਣਾ, ਹੁਣ ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਅਫਸਰ, ਦੇਖੋ ਇੱਥੇ ਪਤਾ ਲੱਗਿਆ, ਠੀਕ ਹੈ, ਮੱਛੀ ਪਾਲਣ ਅਫਸਰ ਜ਼ਿਲ੍ਹੇ ਦੇ ਨੂੰ, ਤਾਂ ਤੁਸੀਂ ਲਿਖੋਗੇ ਜ਼ਿਲ੍ਹਾ ਅਫਸਰ ਮੱਛੀ ਪਾਲਣ ਵਿਭਾਗ ਪੰਜਾਬ, ਫਿਰ ਜ਼ਿਲ੍ਹਾ ਜਿਹੜਾ ਮਰਜ਼ੀ, ਠੀਕ ਹੈ, ਜਲੰਧਰ, ਵਿਸ਼ਾ ਕੀ ਆ ਜਾਊਗਾ, ਉਸ ਪਾਸੋਂ ਮੱਛੀ ਪਾਲਣ ਸੰਬੰਧੀ ਸਰਕਾਰ ਵੱਲੋਂ ਜਿਹੜੀ ਸਬਸਿਡੀ ਮਿਲਦੀ ਹੈ ਉਹਦੇ ਬਾਰੇ ਪੁੱਛਣਾ ਤੁਸੀਂ, ਠੀਕ ਹੈ। ਤਾਂ ਤੁਸੀਂ ਲਿਖੋਗੇ ਵਿਸ਼ਾ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਸਹਾਇਤਾ ਦੀ ਜਾਣਕਾਰੀ, ਠੀਕ ਹੈ, ਵਿਸ਼ਾ ਹੋ ਗਿਆ। ਫਿਰ ਉਸ ਤੋਂ ਬਾਅਦ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ BA ਪਾਸ ਇੱਕ ਪੜ੍ਹਿਆ ਲਿਖਾ ਬੇਰੁਜ਼ਗਾਰ ਨੌਜਵਾਨ ਆ, ਨੌਕਰੀ ਨਾ ਮਿਲਣ ਕਰਕੇ ਮੈਂ ਮੱਛੀ ਪਾਲਣ ਦਾ ਜਿਹੜਾ ਕਿ ਕੰਮ ਆਰੰਭ ਕਰਨ ਦਾ ਵਿਚਾਰ ਬਣਾਇਆ ਤੇ ਇਸ ਸੰਬੰਧੀ ਮੈਨੂੰ ਜਿਹੜੇ ਕਿ ਮੇਰੇ ਕੋਲ ਹੇਠ ਲਿਖਿਆ ਸਹੂਲਤਾਂ ਨੇ। ਮੇਰੇ ਕੋਲ 4 ਏਕੜ ਜ਼ਮੀਨ ਹੈ ਜਿਹੜੀ ਕਿ ਨਹਿਰੀ ਸੂਏ ਦੇ ਨਾਲ ਲੱਗਦੀ ਹੈ, ਮਤਲਬ ਕਿ ਉੱਥੋਂ ਪਾਣੀ ਮਿਲ ਸਕਦਾ ਮੈਨੂੰ ਆਰਾਮ ਨਾਲ, ਤੇ ਮੇਰੇ ਕੋਲ ਖਰਚ ਲਈ 2 ਲੱਖ ਰੁਪਏ ਵੀ ਨੇ ਤੇ ਮੈਂ ਆਪਣੇ ਫਾਰਮ ਦੇ ਵਿੱਚ ਪੈਦਾ ਹੋਈ ਮੱਛੀ ਨੂੰ ਜਲੰਧਰ ਤੇ ਹੁਸ਼ਿਆਰਪੁਰ ਸ਼ਹਿਰਾਂ ਤੋਂ ਇਲਾਵਾ ਬਹੁਤ ਸਾਰੇ ਕਸਬਿਆਂ ਨੂੰ ਵੀ ਸਪਲਾਈ ਕਰ ਸਕਦਾ ਤੇ ਮੈਨੂੰ ਉਮੀਦ ਹੈ ਕਿ ਮੈਂ ਸਫਲ ਮੱਛੀ ਉਤਪਾਦਕ ਸਿੱਧ ਹੋ ਸਕਦਾ। ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਤੇ ਇਹ ਕੰਮ ਸ਼ੁਰੂ ਕਰਨ ਲਈ ਸਰਕਾਰ ਮੈਨੂੰ ਕੀ ਸਿਖਲਾਈ ਦੇ ਸਕਦੀ ਹੈ, ਕਿੰਨੀ ਸਬਸਿਡੀ ਦੇਵੇਗੀ ਤੇ ਉਹਦੇ ਕੀ ਸ਼ਰਤਾਂ ਹੋਣਗੀਆਂ। ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ ਆਪ ਜੀ ਦਾ ਵਿਸ਼ਵਾਸ ਪਾਤਰ। ਹਾਂਜੀ, ਅੱਗੇ ਹੈ ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ ਚਿੱਠੀ ਲਿਖੋ ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮ੍ਹਾਂ ਕਰਵਾਇਆ ਟੈਕਸ ਵਾਪਸ ਕਰਨ ਲਈ ਕਹਿਣੇ, ਮਤਲਬ ਕਿ ਤੁਹਾਡੇ ਵੱਲੋਂ ਟੈਕਸ ਵਾਧੂ ਜਮ੍ਹਾਂ ਕਰਵਾਇਆ ਤੁਸੀਂ ਉਹ ਟੈਕਸ ਵਾਪਸ ਕਰਵਾਉਣਾ। ਤੇ ਇਹਦੇ ਵਿੱਚ ਪਹਿਲਾਂ ਤਾਂ ਪ੍ਰੀਖਿਆ ਭਵਨ ਡੈਸ਼ ਹੈ, ਠੀਕ ਹੈ। ਫਿਰ ਕਿਹਨੂੰ ਲਿਖਣੇ, ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ, ਇੱਥੇ ਪਤਾ ਲੱਗ ਰਿਹਾ, ਠੀਕ ਹੈ। ਤਾਂ ਤੁਸੀਂ ਲਿਖੋਗੇ ਆਮਦਨ ਕਰ ਅਫਸਰ, ਆਮਦਨ ਕਰ ਵਿਭਾਗ, ਜ਼ਿਲ੍ਹਾ, ਠੀਕ ਹੈ। ਫਿਰ ਵਿਸ਼ਾ ਵਾਧੂ ਜਮ੍ਹਾਂ ਕਿਰਾਏ ਟੈਕਸ ਦਾ ਰਿਫੰਡ, ਮਤਲਬ ਕਿ ਵਾਧੂ ਜਮ੍ਹਾਂ ਕਰਾਇਆ ਗਿਆ ਟੈਕਸ ਵਾਪਸ ਕਰਨ ਲਈ। ਸ਼੍ਰੀਮਾਨ ਜੀ, ਸਾਲ 16-17 ਤੁਸੀਂ ਆਪਣੇ ਕੋਲੋਂ ਜਿਹੜਾ ਮਰਜ਼ੀ ਈਅਰ ਲਿਖ ਸਕਦੇ ਹੋ, ਠੀਕ ਹੈ, 21-22 ਲਿਖ ਲਓ, ਜੋ ਮਰਜ਼ੀ। ਮੇਰੇ ਵੱਲੋਂ ਜਿਹੜਾ ਇਨਕਮ ਟੈਕਸ ਸੀ ਹੇਠ ਲਿਖੀਆਂ ਗੱਲਾਂ ਵੱਲ ਮੈਂ ਜਮ੍ਹਾਂ ਕਰਵਾਏ ਗਏ ਇਨਕਮ ਟੈਕਸ ਸੰਬੰਧੀ ਆਪ ਜੀ ਦਾ ਧਿਆਨ ਹੇਠ ਲਿਖੀਆਂ ਗੱਲਾਂ ਵੱਲ ਦਿਵਾਉਣਾ ਚਾਹੁੰਦਾ। ਸਾਲ 2000 ਜਿਹੜਾ ਮਰਜ਼ੀ ਤੁਸੀਂ ਇੱਥੇ ਲਿਖ ਸਕਦੇ ਹੋ, ਠੀਕ ਹੈ। ਇੱਥੇ ਵੀ ਇੰਨੇ ਤੋਂ ਇੰਨੇ ਸਾਲ ਤੱਕ ਦੇ ਵਿੱਚ ਜਿਹੜੇ ਸਤੰਬਰ, ਦਸੰਬਰ, ਮਾਰਚ ਦੇ ਵਿੱਚ ਮੈਂ ਐਡਵਾਂਸ 'ਚ ਕਿਸ਼ਤਾਂ ਜਮ੍ਹਾਂ ਕਰਵਾਤੀਆਂ ਸੀ, ਕਿੰਨੇ ਰੁਪਏ ਉਹ ਵੀ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ, ਠੀਕ ਹੈ। ਤਾਂ ਫਿਰ ਜੁਲਾਈ ਦੇ ਵਿੱਚ ਸਾਲ ਦੀ ਰਿਟਰਨ ਭਰਨ 'ਤੇ ਮੈਨੂੰ ਪਤਾ ਲੱਗਦਾ ਕਿ ਇਸ ਸਾਲ ਦੇ ਵਿੱਚ ਆਮਦਨ ਇੰਨੀ ਦੇ ਨਾਲੋਂ ਇੰਨੇ ਹਜ਼ਾਰ ਆ ਜਿਹੜੇ ਕਿ ਮੇਰੀ ਰਕਮ ਘਟ ਰਹੀ ਸੀ, ਬਲਕਿ ਮੈਨੇ ਵੱਧ ਜਿਹੜੇ ਕਿ ਇਨਕਮ ਟੈਕਸ ਪੇ ਕਰਤਾ। ਸੋ ਮੇਰੇ ਵੱਲੋਂ ਜਿਹੜੇ ਕਿ ਵਾਧੂ ਰਕਮ ਉੱਤੇ ਜਮ੍ਹਾਂ ਕਰਵਾਈ ਗਈ ਟੈਕਸ ਰਾਸ਼ੀ ਨੂੰ ਵਾਪਸ ਕੀਤਾ ਜਾਵੇ। ਖਾਤਾ ਨੰਬਰ ਫਿਰ ਤੁਸੀਂ ਦੇਣਾ ਆਪਣਾ। ਧੰਨਵਾਦ ਸਹਿਤ, ਆਪ ਜੀ ਦਾ ਵਿਸ਼ਵਾਸ ਪਾਤਰ। ਉਸ ਤੋਂ ਬਾਅਦ ਹੈ ਹਾਂਜੀ, ਤੁਸੀਂ ਸਧਾਰਨ ਕਿਸਾਨ ਦੇ ਪੁੱਤਰ ਹੋ, ਤੁਸੀਂ ਕਰਜ਼ਾ ਲੈ ਕੇ ਟੈਂਕਰ ਖਰੀਦਿਆ ਤੇ ਆਪਣੇ ਨੇੜੇ ਦੇ ਮਿਲਕ ਪਲਾਂਟ ਦੇ ਮੈਨੇਜਰ ਨੂੰ ਚਿੱਠੀ ਲਿਖੋ ਜਿਸ ਦੇ ਵਿੱਚ ਤੁਸੀਂ ਦੁੱਧ ਇਕੱਤਰ ਕੇਂਦਰਾਂ ਤੋਂ ਮਿਲਕ ਪਲਾਂਟ ਤੱਕ ਦੁੱਧ ਦੀ ਢੁਆਈ ਲਈ ਆਪਣੀ ਪੇਸ਼ਕਸ਼ ਕਰਦੇ ਹੋਏ ਇਸ ਸੰਬੰਧੀ ਉਹਨਾਂ ਦੇ ਰੇਟਾਂ, ਨਿਯਮਾਂ ਤੇ ਸ਼ਰਤਾਂ ਬਾਰੇ ਸੂਚਨਾ ਪੁੱਛਣੀ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਐਡਰੈਸ, ਠੀਕ ਹੈ। ਫਿਰ ਉਸ ਤੋਂ ਬਾਅਦ ਕਿਹਨੂੰ ਲਿਖਣੀ ਆ, ਦੇਖੋ ਇੱਥੇ ਪਤਾ ਲੱਗ ਰਿਹਾ, ਨੇੜੇ ਦੇ ਮੈਨੇਜਰ, ਮਿਲਕ ਪਲਾਂਟ ਮੈਨੇਜਰ, ਤਾਂ ਤੁਸੀਂ ਲਿਖੋਗੇ ਮੈਨੇਜਰ ਸਾਹਿਬ ਮਿਲਕ ਪਲਾਂਟ, ਫਿਰ ਹੁਸ਼ਿਆਰਪੁਰ, ਠੀਕ ਹੈ। ਵਿਸ਼ਾ ਦੁੱਧ ਇਕੱਤਰ ਕੇਂਦਰਾਂ ਤੋਂ ਦੁੱਧ ਦੀ ਢੋਟਵਾਈ ਲਈ। ਤਾਂ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਨੂੰ ਮੈਂ ਵੀ ਜਿਹੜੇ ਕਿ ਤੁਹਾਡੀ ਨਿਊਜ਼ਪੇਪਰ ਦੇ ਵਿੱਚ ਇਸ਼ਤਿਹਾਰ ਦੇਖਿਆ, ਕਿਹੜੇ ਨਿਊਜ਼ਪੇਪਰ ਦੇ ਵਿੱਚ ਆਪਣੇ ਕੋਲੋਂ ਬਣਾ ਸਕਦੇ ਹੋ, ਕਿੰਨੀ ਡੇਟ ਨੂੰ ਦੇਖਿਆ ਵੀ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ, ਠੀਕ ਹੈ। ਆਪ ਨੂੰ ਦੁੱਧ ਇਕੱਤਰ ਕੇਂਦਰਾਂ ਤੋਂ, ਮਤਲਬ ਕਿ ਜਿੱਥੇ ਜਿੱਥੇ ਦੁੱਧ ਆ ਉੱਥੋਂ ਲੈ ਕੇ ਤੁਸੀਂ ਮਿਲਕ ਪਲਾਂਟ ਤੱਕ ਢੋਟਵਾਈ ਕਰਵਾਉਣੀ ਹੈ, ਠੀਕ ਹੈ। ਦੁੱਧ ਦੀ ਮਤਲਬ ਕਿ ਲੈ ਕੇ ਆਉਣਾ, ਠੀਕ ਹੈ। ਦੁੱਧ ਢੋਣ ਲਈ ਕੁਝ ਪ੍ਰਾਈਵੇਟ ਟੈਂਕਰਾਂ ਤੇ ਟੈਂਪੂਆਂ ਦੀ ਜ਼ਰੂਰਤ ਆ ਤੇ ਮੈਂ ਆਪਣੇ ਆਪ ਨੂੰ ਇਸ ਸੇਵਾ ਲਈ ਪੇਸ਼ ਕਰਨਾ ਚਾਹੁੰਦਾ। ਮੈਂ ਇੱਕ ਸਧਾਰਨ ਕਿਸਾਨ ਦਾ ਮਿਹਨਤੀ ਪੁੱਤਰ ਹਾਂ ਤੇ ਮੈਂ ਪਿੱਛੇ ਜਿਹੇ ਬੈਂਕ ਤੋਂ ਕਰਜ਼ਾ ਲੈ ਕੇ ਟੈਂਕਰ ਖਰੀਦਿਆ। ਮੈਂ ਵੱਧਦੀ ਆਮਦਨ ਦਾ ਕੋਈ ਸਾਧਨ ਚਾਹੁੰਦਾ ਹਾਂ, ਭਾਵ ਕਿ ਮੇਰੀ ਆਮਦਨ ਜਿਹੜੀ ਕਿ ਫਿਰ ਨਿਸ਼ਚਿਤ ਹੋ ਜੂਗੀ ਤੇ ਕਿਰਪਾ ਕਰਕੇ ਆਪ ਮੈਨੂੰ ਆਪਣੇ ਰੇਟਾਂ ਤੇ ਜਿਹੜੇ ਨਿਯਮ ਨੇ ਉਹਨਾਂ ਬਾਰੇ ਜਲਦੀ ਸੂਚਨਾ ਭੇਜੋ। ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ। ਧੰਨਵਾਦ ਸਹਿਤ, ਆਪ ਜੀ ਦਾ ਵਿਸ਼ਵਾਸ ਪਾਤਰ, ਠੀਕ ਹੈ। ਨੈਕਸਟ ਹੈ, ਤੁਸੀਂ ਪੜ੍ਹੇ ਲਿਖੇ ਕਿਸਾਨ ਨੂੰ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਖੇਤੀਬਾੜੀ ਸਹਾਇਕ ਧੰਦਿਆਂ ਸੰਬੰਧੀ ਸਿਖਲਾਈ ਕੋਰਸ ਬਾਰੇ ਪੱਤਰ ਲਿਖਣਾ। ਤਾਂ ਇਹਦੇ ਵਿੱਚ ਇੱਧਰੋਂ ਉਸ ਤੋਂ ਬਾਅਦ ਕਿਹਨੂੰ ਲਿਖਣਾ, ਦੇਖੋ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ, ਠੀਕ ਹੈ। ਤਾਂ ਉੱਥੇ ਕ੍ਰਿਸ਼ੀ ਅਫਸਰ ਸਾਹਿਬ ਹੋਣਗੇ, ਠੀਕ ਹੈ।
ਅਧਿਕਾਰੀ ਹੋਣਗੇ कृषि ਅਫਸਰ ਅਧਿਕਾਰੀ। ਫਿਰ कृषि ਵਿਗਿਆਨ ਕੇਂਦਰ, ਠੀਕ ਹੈ, ਇੱਥੇ ਸ਼ਹਿਰ ਦਾ ਨਾਮ ਆ ਜਾਊਗਾ। ਫਿਰ ਵਿਸ਼ਾ ਖੇਤੀਬਾੜੀ ਸਹਾਇਕ ਧੰਦਿਆਂ ਦੀ ਸਿਖਲਾਈ ਸੰਬੰਧੀ ਕੋਰਸਾਂ ਬਾਰੇ ਜਾਣਕਾਰੀ ਲੈਣੀ ਆ। ਤਾਂ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ BA ਪਾਸ ਹਾਂ ਜਾਂ BSc ਪਾਸ ਹਾਂ, ਠੀਕ ਹੈ। ਮੇਰੇ ਕੋਲ ਵਿਰਾਸਤ ਦੇ ਵਿੱਚੋਂ ਪ੍ਰਾਪਤ ਹੋਈ 25 ਏਕੜ ਜ਼ਮੀਨ ਹੈ। ਮੇਰੇ ਪਿਤਾ ਜੀ ਜ਼ਮੀਨ ਉੱਤੇ ਰਵਾਇਤੀ ਫਸਲਾਂ ਹੀ ਕਰਦੇ ਆ। ਰਵਾਇਤੀ ਭਾਵ ਕਿ ਜਿਹੜੀ ਪਹਿਲਾਂ ਤੋਂ ਹੀ ਚੱਲਦੀਆਂ ਆਉਂਦੀਆਂ ਨੇ, ਜਿਵੇਂ ਇੱਕੋ ਫਸਲ ਕੰਟੀਨਿਊ ਕਰੀ ਜਾਣਾ, ਜਿਵੇਂ ਕਣਕ ਤੇ ਆਪਾਂ ਕਹਿ ਸਕਦੇ ਹਾਂ ਝੋਨਾ, ਠੀਕ ਹੈ। ਉਹਨੇ ਰਵਾਇਤੀ ਫਸਲਾਂ, ਜਿਨ੍ਹਾਂ ਦੇ ਵਿੱਚੋਂ ਕਣਕ ਤੋਂ ਇਲਾਵਾ ਝੋਨਾ ਪ੍ਰਮੁੱਖ ਹੈ। ਤੇ ਜਿਸ ਨਾਲ ਜਿਹੜੇ ਕਿ ਇੱਕ ਤਾਂ ਧਰਤੀ ਹੇਠਲਾ ਪਾਣੀ ਬਹੁਤ ਥੱਲੇ ਜਾ ਰਿਹਾ ਹੈ, ਦੂਜਾ ਇਹਨਾਂ ਫਸਲਾਂ ਉੱਤੇ ਖਰਚੇ ਦਿਨੋਂ ਦਿਨ ਵੱਧ ਰਹੇ ਨੇ, ਜਿਸ ਕਰਕੇ ਮੈਂ ਕੁਝ ਹੋਰ ਮਤਲਬ ਕਿ ਲਾਹੇਵੰਦ ਧੰਦੇ ਕਰਨਾ ਚਾਹੁੰਦਾ ਇਹਨਾਂ ਫਸਲਾਂ ਦੇ ਨਾਲ ਨਾਲ। ਖੇਤੀਬਾੜੀ ਦੇ ਸਹਾਇਕ ਧੰਦੇ ਜਿਵੇਂ ਕਿ ਡੈਰੀ ਫਾਰਮਿੰਗ ਕਰਨਾ ਚਾਹੁੰਦਾ, ਪੋਲਟਰੀ ਫਾਰਮਿੰਗ ਕਰਨਾ ਚਾਹੁੰਦਾ, ਫਲੋਰੀਕਲਚਰ ਕਰਨਾ ਚਾਹੁੰਦਾ, ਮਧੂਮੱਖੀ ਪਾਲਣ ਕਰਨਾ ਚਾਹੁੰਦਾ, ਮੱਛੀ ਪਾਲਣ, ਔਰਗੈਨਿਕ ਖੇਤੀ, ਔਰਗੈਨਿਕ ਖਾਦ ਖੇਤੀ, ਕੀਟਨਾਸ਼ਕ ਦੇ ਉਤਪਾਦਨ ਤੇ ਮਾਰਕੀਟਿੰਗ ਆਦਿ ਵਿੱਚੋਂ ਕਿਸੇ ਸੰਬੰਧੀ ਮਤਲਬ ਕਿ ਇਹਨਾਂ ਦੇ ਵਿੱਚੋਂ ਕਿਸੇ ਬਾਰੇ ਸੰਬੰਧੀ ਵੀ ਮੈਨੂੰ ਜਿਹੜੀ ਕਿ ਕੋਰਸ ਬਾਰੇ ਦੱਸ ਦਿਓ, ਠੀਕ ਹੈ। ਸਿਖਲਾਈ ਦੇਣ ਵਾਲਾ ਕੋਈ ਕੋਰਸ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਆਪ ਮੈਨੂੰ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਇਹ ਕੋਰਸ ਕਿੱਥੋਂ ਤੇ ਇਹੋ ਜਿਹੇ ਹੋਰ ਕੋਰਸ ਕਿੱਥੋਂ, ਕਿਸ ਸਮੇਂ ਤੇ ਕਿੰਨੇ ਚਿਰ ਵਿੱਚ ਕਰਵਾਏ ਜਾਂਦੇ ਨੇ, ਤੇ ਇਹਨਾਂ ਦੀ ਫੀਸ ਕਿੰਨੀ ਹੈ, ਠੀਕ ਹੈ। ਤੇ ਇਹ ਗੱਲ ਬਹੁਤ ਹੀ ਲਾਹੇਵੰਦ ਰਹੇਗੀ ਜੇਕਰ ਆਪ ਮੈਨੂੰ ਇਹ ਵੀ ਸਲਾਹ ਦੇ ਸਕੋ ਕਿ ਮੇਰੇ ਇਲਾਕੇ ਤੇ ਯੋਗਤਾ ਅਨੁਸਾਰ ਮੈਨੂੰ ਕਿਹੜੇ ਕੋਰਸ ਦੇ ਵਿੱਚ ਸਿਖਲਾਈ ਪ੍ਰਾਪਤ ਕਰਨੀ ਚੰਗੀ ਰਹੂਗੀ। ਉਮੀਦ ਹੈ ਕਿ ਆਪ ਮੈਨੂੰ ਜਲਦੀ ਤੋਂ ਜਲਦੀ ਮੇਰੇ ਪੱਤਰ ਦਾ ਉੱਤਰ ਦਿਓਗੇ। ਧੰਨਵਾਦ ਸਹਿਤ, ਆਪ ਜੀ ਦਾ ਵਿਸ਼ਵਾਸ ਪਾਤਰ। ਹਾਂਜੀ, ਅੱਗੇ ਹੈ ਤੁਹਾਡਾ ਕਾਰੋਬਾਰ ਸ਼ੇਅਰ ਬਾਜ਼ਾਰ ਨਾਲ ਜੁੜਿਆ ਹੋਇਆ, ਇਸ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਫੋਨ ਦੀ ਵਰਤੋਂ ਕਰਨੀ ਪੈ ਰਹੀ ਹੈ, ਪਰ ਤੁਸੀਂ ਭਾਰਤੀ ਸੰਚਾਰ ਨਿਗਮ ਲਿਮਟਿਡ ਦੀ ਨੈਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਹੋ ਰਹੀ ਹੈ। ਤੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਇਸ ਪਾਸੇ ਸੁਧਾਰ ਕਰਨ ਦੀ ਬੇਨਤੀ ਕਰੋ। ਤਾਂ ਇਹਦੇ ਵਿੱਚ ਪਹਿਲਾਂ ਐਡਰੈਸ ਦੇ ਦੇਣਾ, ਹਵਾਲਾ ਨੰਬਰ ਵਗੈਰਾ, ਠੀਕ ਹੈ, ਡੇਟ ਮਿਤੀ ਲਿਖ ਲੈਣੀ ਆ। ਫਿਰ ਕਿਹਨੂੰ ਲਿਖਣੀ ਆ, ਠੀਕ ਹੈ। ਵੀ ਜੋ ਤੁਸੀਂ ਰੋਜ਼ਾਨਾ ਮੋਬਾਈਲ ਫੋਨ ਦੀ ਵਰਤੋਂ ਕਰਨਾ ਚਾਹੁੰਦੇ ਤਾਂ ਇਹਦੇ ਵਿੱਚ ਦੇਖੋ ਜਾਣੂ ਕਰਵਾਉਂਦੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ, ਮਤਲਬ ਕਿ ਇਹ ਭਾਰਤੀ ਸੰਚਾਰ ਲਿਮਟਿਡ ਨੈਟਵਰਕ ਇਹਨਾਂ ਦੇ ਵਿੱਚੋਂ ਆਪਾਂ ਨੇ ਦੇਣੀ ਆ। ਤੇ ਇਹਦੇ ਵਿੱਚ ਆਪਾਂ ਲਿਖਾਂਗੇ ਐਗਜ਼ੈਕਟਿਵ ਇੰਜੀਨੀਅਰ ਭਾਰਤ ਸੰਚਾਰ ਨਿਯਮ, ਠੀਕ ਹੈ। ਫਿਰ ਜਲੰਧਰ, ਜਿਹੜਾ ਮਰਜ਼ੀ ਸ਼ਹਿਰ ਲਿਖ ਸਕਦੇ ਹੋ। ਫਿਰ ਵਿਸ਼ਾ, ਫੋਨ ਨੰਬਰ ਵੀ ਇਸ ਸੰਬੰਧੀ, ਠੀਕ ਹੈ, ਨੁਕਸਦਾਰ ਹੋਣ ਕਰਕੇ ਵੀ ਇਹਦੇ 'ਚ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੇਰਾ BSNL ਮਤਲਬ ਕਿ ਕਿਹੜੀ ਕੰਪਨੀ ਦਾ BSNL ਦਾ ਮੋਬਾਈਲ ਆ ਜਾਂ ਏਅਰਟੈਲ ਤੁਸੀਂ ਲਿਖ ਸਕਦੇ ਜੋ ਮਰਜ਼ੀ ਹੈ, ਤੇ ਮੇਰਾ ਕਾਰੋਬਾਰ ਸ਼ੇਅਰ ਮਾਰਕੀਟ ਨਾਲ ਜੁੜਿਆ ਹੋਇਆ। ਤੇ ਆਪ ਜਾਣਦੇ ਹੋ ਕਿ ਇਸ ਕਾਰੋਬਾਰ ਦੇ ਵਿੱਚ ਮਿੰਟ ਵਿੱਚ ਉਤਰਾਅ ਚੜਾਅ ਜਾਰੀ ਰਹਿੰਦੇ ਨੇ, ਤੇ ਇਸ ਸੰਬੰਧੀ ਮੈਨੂੰ ਤੱਟਫੜ ਭਾਵ ਕਿ ਉਸੇ ਸਮੇਂ, ਠੀਕ ਹੈ, ਸੂਚਨਾ ਦਾ ਆਦਾਨ ਪ੍ਰਦਾਨ ਕੀਤੇ ਬਿਨਾਂ ਇਹ ਕੰਮ ਮੇਰਾ ਨਹੀਂ ਚੱਲ ਸਕਦਾ। ਤੇ ਵੱਡੇ ਨੁਕਸਾਨ ਹੋ ਜਾਂਦੇ ਨੇ ਅਗਰ ਮਤਲਬ ਕਿ ਤੁਰੰਤ ਜਦੇ ਹੀ ਇਮੀਡੀਏਟਲੀ ਉਹਦਾ ਕੋਈ ਵੀ ਆਊਟਪੁੱਟ ਨਾ ਕੀਤੀ ਜਾਵੇ। ਤੇ ਆਪ ਵੱਲੋਂ ਜਿਹੜੀ ਪ੍ਰਦਾਨ ਕੀਤੀ ਜਾ ਰਹੀ ਹੈ ਮੋਬਾਈਲ ਨੈਟਵਰਕ ਸੇਵਾ ਬਹੁਤ ਹੀ ਨੁਕਸਦਾਰ ਹੈ, ਠੀਕ ਹੈ। ਕਈ ਵਾਰ ਇਹ ਨੰਬਰ ਬਹੁਤ ਦੇਰ ਨਾਲ ਮਿਲਾਉਂਦੀ ਹੈ, ਤੇ ਕਈ ਵਾਰ ਜਿਹੜੀ ਕਿ ਕੋਈ ਸੂਚਨਾ ਦਿੱਤੇ ਬਿਨਾਂ ਹੀ ਲੰਬਾ ਸਮਾਂ ਮਤਲਬ ਕਿ ਬੰਦ ਹੋ ਜਾਂਦਾ ਫੋਨ, ਤੇ ਕਦੀ ਨੈਟਵਰਕ, ਤੇ ਕਦੀ ਇਹ ਉਂਝ ਹੀ ਡੈੱਡ ਹੋ ਜਾਂਦਾ। ਤੇ ਸਿੱਟੇ ਵਜੋਂ ਮੇਰਾ ਕਾਰੋਬਾਰ ਬਹੁਤ ਨੁਕਸਾਨ ਹੋ ਰਿਹਾ ਹੈ। ਕਿਰਪਾ ਕਰਕੇ ਮੇਰੇ ਮੋਬਾਈਲ ਉੱਤੇ ਆਪਣੀ ਨੈਟਵਰਕ ਸੇਵਾ ਦਾ ਜਲਦੀ ਤੋਂ ਜਲਦੀ ਸੁਧਾਰ ਕਰੋ, ਨਹੀਂ ਤਾਂ ਮੈਨੂੰ ਮਜਬੂਰ ਹੋ ਕੇ ਤੁਹਾਡੀ ਸੇਵਾ ਬੰਦ ਕਰਨੀ ਪਵੇਗੀ ਤੇ ਕਿਸੇ ਹੋਰ ਕੰਪਨੀ ਦੀ ਸੇਵਾ ਲੈਣੀ ਪਵੇਗੀ। ਧੰਨਵਾਦ ਸਹਿਤ, ਤੇ ਆਪ ਜੀ ਦਾ ਵਿਸ਼ਵਾਸ ਪਾਤਰ। ਹਾਂਜੀ, ਅੱਗੇ ਹੈ ਤੁਹਾਡੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਯੂਨੀਫਾਰਮ ਖਰੀਦਣ ਲਈ ਗ੍ਰਾਂਟ ਆਈ ਹੋਈ ਹੈ। ਤਾਂ ਵੇਰਵਾ ਦੱਸਦੇ ਹੋਏ ਫਰਮ ਤੋਂ ਜਿਹੜੀ ਕਿ ਕੋਟੇਸ਼ਨਾਂ ਦੀ ਮੰਗ ਕਰਨੀ ਆ। ਤਾਂ ਇਹਦੇ ਵਿੱਚ ਪਹਿਲਾਂ ਐਡਰੈਸ, ਠੀਕ ਹੈ, ਇਹਦੇ ਵਿੱਚ ਪ੍ਰੀਖਿਆ ਭਵਨ ਹੀ ਲਿਖ ਦਿਓ ਜਾਂ ਸਕੂਲ ਦਾ ਐਡਰੈਸ ਜਿਸ ਮਰਜ਼ੀ ਦਾ ਲਿਖ ਦਿਓ, ਠੀਕ ਹੈ। ਤੁਸੀਂ ਪ੍ਰੀਖਿਆ ਭਵਨ ਹੀ ਲਿਖਿਓ ਜ਼ਿਆਦਾਤਰ, ਪ੍ਰੀਖਿਆ ਭਵਨ ਡੈਡਾ ਸ਼ਹਿਰ ਮਿਤੀ, ਠੀਕ ਹੈ, ਹਵਾਲਾ ਨੰਬਰ। ਹੁਣ ਕਿਹਨੂੰ ਲਿਖਣੀ ਆ ਦੱਸਦੇ ਹੋਏ ਫਰਮ ਤੋਂ, ਕਿਸੇ ਫਰਮ ਤੋਂ ਕੋਟੇਸ਼ਨਾਂ ਦੀ ਮੰਗ ਕਰਨੀ ਆ। ਤਾਂ ਤੁਸੀਂ ਇਹਦੇ ਵਿੱਚ ਗੁਪਤਾ ਐਂਡ ਸੰਸ ਕੁਛ ਮਰਜ਼ੀ ਲਿਖ ਸਕਦੇ ਹੋ, ਜਿਵੇਂ ਮਾਡਰਨ ਐਂਟਰਪ੍ਰਾਈਜ਼, ਜਿਹੜੀ ਮਰਜ਼ੀ ਕਿਸੇ ਵੀ ਸ਼ਾਪ ਦਾ ਨਾਮ ਲਿਖਣਾ ਜਿੱਥੇ ਜਿਹੜੀ ਕਿ ਯੂਨੀਫਾਰਮਸ ਮਿਲਦੀਆਂ ਹੋਣ, ਠੀਕ ਹੈ। ਤੇ ਫਿਰ ਸ਼ਹਿਰ, ਜ਼ਿਲ੍ਹਾ, ਫਿਰ ਵਿਸ਼ਾ ਯੂਨੀਫਾਰਮ ਬਣਾਉਣ ਸੰਬੰਧੀ ਕੋਟੇਸ਼ਨਾਂ ਦੀ ਮੰਗ, ਠੀਕ ਹੈ। ਸ਼੍ਰੀਮਾਨ ਜੀ, ਸਾਡੇ ਸਕੂਲ ਦੇ 250 NCC, ਠੀਕ ਹੈ, ਕੈਡਿਟਾਂ ਦੀ ਯੂਨੀਫਾਰਮ ਬਣਾਉਣ ਲਈ ਸਰਕਾਰੀ ਗ੍ਰਾਂਟ ਆਈ ਹੋਈ ਹੈ। ਤੇ ਇਹ ਯੂਨੀਫਾਰਮ ਲਈ ਕਮੀਜ਼ਾਂ ਤੇ ਨਿੱਕਰਾਂ ਜੀਨ ਦੇ ਵਧੀਆ ਖਾਕੀ ਕੱਪੜੇ ਨਾਲ ਬੈਲਟ ਸਮੇਤ ਤਿਆਰ ਕੀਤੀਆਂ ਜਾਣੀਆਂ ਹਨ। ਤੇ ਇਹਨਾਂ ਦੀ ਤਿਆਰੀ ਲਈ ਆਪ ਮੈਨੂੰ
ਆਪ ਸਾਨੂੰ ਕੋਟੇਸ਼ਨਾਂ ਭੇਜ ਦਿਓ, ਹੇਠ ਲਿਖੀ ਜਾਣਕਾਰੀ ਦਿਓ। ਮਤਲਬ ਕਿ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਅਗਰ ਅਸੀਂ ਤੁਹਾਤੋਂ ਸਿਲਵਾਵਾਂਗੇ ਤਾਂ ਕੀ ਇਹ ਚੀਜ਼ ਤੁਸੀਂ ਕਿਵੇਂ ਸਿਲ ਸਕਦੇ ਹੋ, ਠੀਕ ਹੈ, ਵੀ ਕਿੰਨਾ ਕੁ ਰੇਟ ਹੋਊਗਾ। ਮਤਲਬ ਕਿ ਉਹਨਾਂ ਤੋਂ ਤੁਸੀਂ ਇਹ ਚੀਜ਼ਾਂ ਦੇ ਆਨਸਰ ਪੁੱਛਣੇ ਤਾਂ ਕਿ ਫਿਰ ਤੁਸੀਂ ਉਹਨਾਂ ਤੋਂ ਜਿਹੜੇ ਕਿ ਆਪਣੇ ਡਰੈਸਿਸ ਬਣਵਾ ਸਕੋ। ਤਾਂ ਆਪ ਕੋਲ ਕਿਹੜੀ ਕਿਹੜੀ ਮਿਲ ਦਾ ਕੱਪੜਾ ਵਰਤਣ ਦਾ ਵਿਕਲਪ ਹੈ, ਮਤਲਬ ਕਿ ਕਿਹੜੀ ਕਿਹੜੀ ਮਿਲ ਦਾ ਤੁਸੀਂ ਕੱਪੜਾ ਯੂਜ਼ ਕਰਦੇ ਹੋ, ਅਤੇ ਆਪ ਵੱਲੋਂ ਇੱਕ ਕਮੀਜ਼ ਅਤੇ ਇੱਕ ਨਿੱਕਰ ਦੇ ਵੱਖਰੇ ਵੱਖਰੇ ਰੇਟ ਕੀ ਲਏ ਜਾਣਗੇ, ਅਤੇ ਆਪ ਬੈਲਟ ਕਿੰਨੀ ਕੀਮਤ ਦੇ ਵਿੱਚ ਦਿਓਗੇ, ਅਤੇ ਆਪ ਸਾਰੀਆਂ ਯੂਨੀਫਾਰਮਾਂ ਕਿੰਨੇ ਸਮੇਂ ਦੇ ਵਿੱਚ ਤਿਆਰ ਕਰੋਗੇ, ਅਤੇ ਆਪ ਭੁਗਤਾਨ ਕਿਸ ਤਰ੍ਹਾਂ ਲਵੋਗੇ, ਠੀਕ ਹੈ। ਮਤਲਬ ਕਿ ਤੁਹਾਨੂੰ ਪੇਮੈਂਟ ਅਸੀਂ ਕਿਵੇਂ ਕਰਾਂਗੇ। ਇਹ ਕਿਸੇ ਨੂੰ ਵੀ ਆਪਾਂ ਨੇ ਪੁੱਛਣਾ ਵੀ ਜਿਹੜੇ ਯੂਨੀਫਾਰਮ ਵਾਲੀ ਦੁਕਾਨ ਆ ਵੀ ਅਗਰ ਅਸੀਂ ਤੁਹਾਤੋਂ ਇਹ ਚੀਜ਼ਾਂ ਬਣਵਾਵਾਂਗੇ ਤਾਂ ਤੁਸੀਂ ਇਹ ਸਾਨੂੰ ਆਨਸਰ ਦਿਓ ਤਾਂ ਕਿ ਅਸੀਂ ਅਗਰ ਸੈਟਿਸਫਾਈਡ ਹੋਏ ਤਾਂ ਅਸੀਂ ਬਣਵਾਵਾਂਗੇ, ਠੀਕ ਹੈ। ਆਪ ਜੀ ਦੇ ਉੱਤਰ ਦੀ ਉਡੀਕ ਦੇ ਵਿੱਚ ਧੰਨਵਾਦ ਸਹਿਤ ਵਿਸ਼ਵਾਸ ਪਾਤਰ। ਅੱਗੇ ਹੈ, ਤੁਸੀਂ ਆਪਣੇ ਕੈਫੇ ਲਈ ਕਿਸੇ ਕੰਪਨੀ ਦਾ ਕੰਪਿਊਟਰ ਸੰਗਮ ਕੰਪਿਊਟਰ ਸਾਹਿਬਜ਼ਾਦਾ ਅਜੀਤ ਨਗਰ ਤੋਂ ਖਰੀਦਿਆ ਸੀ। ਕੰਪਿਊਟਰਾਂ ਵਿੱਚ ਆਈਆਂ ਖਰਾਬੀਆਂ ਬਾਰੇ ਉਕਤ ਫਰਮ ਨੂੰ ਪੱਤਰ ਲਿਖਣਾ। ਮਤਲਬ ਕਿ ਕੰਪਿਊਟਰ ਦੇ ਵਿੱਚ ਖਰਾਬੀ ਆ ਰਹੇ ਨੇ ਜਿਹੜਾ ਤੁਸੀਂ ਖਰੀਦਿਆ ਸੀ। ਦੇਖੋ ਕਿੱਥੋਂ ਖਰੀਦਿਆ ਸੀ, ਇਹਨਾਂ ਨੇ ਲਿਖਿਆ ਹੋਇਆ। ਹੁਣ ਪਹਿਲਾਂ ਤੁਸੀਂ ਆਪਣਾ ਐਡਰੈਸ ਦੇ ਦੇਣਾ, ਤੁਸੀਂ ਆਪਣੇ ਕੈਫੇ ਲਈ, ਠੀਕ ਹੈ, ਆਪਣੇ ਕੈਫੇ ਲਈ ਕੋਈ ਮਰਜ਼ੀ ਐਡਰੈਸ ਕੈਫੇ ਦਾ। ਫਿਰ ਕਿਸੇ ਕੰਪਨੀ ਦਾ ਕੰਪਿਊਟਰ ਸੰਗਮ ਕੰਪਿਊਟਰ ਸਾਹਿਬਜ਼ਾਦਾ ਅਜੀਤ ਨਗਰ, ਇੱਥੋਂ ਐਡਰੈਸ ਇਹੀ ਆਊਗਾ ਜਿਹੜਾ ਇੱਥੇ ਦਿੱਤਾ ਹੋਇਆ। ਤਾਂ ਉੱਥੇ ਕੌਣ ਹੋਊਗਾ, ਮੈਨੇਜਰ ਸਾਹਿਬ, ਠੀਕ ਹੈ। ਫਿਰ ਸੰਗਮ ਕੰਪਿਊਟਰਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਸ਼ਾ ਨਵੇਂ ਖਰੀਦੇ ਕੰਪਿਊਟਰ ਵਿੱਚ ਖਰਾਬੀ ਸੰਬੰਧੀ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਆਪਣੇ ਕੈਫੇ ਲਈ ਆਪ ਜੀ ਦੀ ਫਰਮ ਤੋਂ 4 ਅਪ੍ਰੈਲ, ਜਿਹੜੀ ਮਰਜ਼ੀ ਤੁਸੀਂ ਇੱਥੇ ਡੇਟ ਮੈਂਸ਼ਨ ਕਰ ਸਕਦੇ ਮਿਤੀ ਨੂੰ, HP ਕੰਪਿਊਟਰ 32,000 ਰੁਪਏ ਦੇ ਅਦਾ ਕਰਕੇ ਖਰੀਦਿਆ ਸੀ, ਜਿਸ ਦੇ ਬਿੱਲ ਦੀ ਕਾਪੀ ਮੈਂ ਇਸ ਪੱਤਰ ਦੇ ਨਾਲ ਭੇਜ ਰਹੀ ਹਾਂ। ਅਤੇ ਇਸ ਕੰਪਿਊਟਰ ਦੇ CPU ਦੇ ਵਿੱਚ ਕੁਝ ਨੁਕਸ ਪ੍ਰਤੀਤ ਹੁੰਦਾ, ਜਿਸ ਕਰਕੇ ਬਹੁਤ ਹੌਲੀ ਹੌਲੀ ਖੁੱਲ੍ਹਦਾ, ਅਤੇ ਇਸ ਉੱਤੇ ਕੋਈ ਵੀ ਕੰਮ ਕਰੋ, ਵਰਡ ਖੋਲੇ ਚਾਹੇ ਕੋਰਲ ਜਾਂ ਇੰਟਰਨੈਟ, ਇਸ ਉੱਤੇ ਬਹੁਤ ਹੌਲੀ ਹੌਲੀ, ਮਤਲਬ ਕਿ ਚਾਹੇ ਕ੍ਰੋਮ ਦੇ ਵਿੱਚ ਕੋਰਲ ਨੇ ਕ੍ਰੋਮ ਆਊਗਾ, ਠੀਕ ਹੈ, ਜਾਂ ਇੰਟਰਨੈਟ ਉੱਤੇ ਤਾਂ ਬਹੁਤ ਹੌਲੀ ਹੌਲੀ ਖੁੱਲ੍ਹਦਾ ਹੈ। ਅਤੇ 2-3 ਵਾਰੀ ਇਹ ਅਚਾਨਕ ਹੀ ਬੰਦ ਵੀ ਹੋ ਗਿਆ, ਅਤੇ ਅਜਿਹੇ ਨੁਕਸ ਕੈਫੇ ਦੇ ਵਿੱਚ ਚੱਲਦੇ ਪੁਰਾਣੇ ਕੰਪਿਊਟਰਾਂ ਵਿੱਚ ਨਹੀਂ। ਕਿਰਪਾ ਕਰਕੇ ਆਪ ਆਪਣੇ ਮਕੈਨਿਕ ਨੂੰ ਭੇਜ ਕੇ ਇਹ ਨੁਕਸ ਜਲਦੀ ਤੋਂ ਜਲਦੀ ਠੀਕ ਕਰਵਾਓ ਜਾਂ ਇਸ ਸੈੱਟ ਨੂੰ ਹੀ ਬਦਲ ਦਿਓ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ। ਹਾਂਜੀ, ਅੱਗੇ ਹੈ ਖੁੱਲ੍ਹੀ ਚਿੱਠੀ। ਤੁਸੀਂ ਆਪਣੇ ਕਸਬੇ ਦੇ ਵਿੱਚ ਆਟਾ ਚੱਕੀ ਲਾਈ ਹੋਈ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਬਾਰੇ ਖੁੱਲ੍ਹੀ ਚਿੱਠੀ ਲਿਖਣੀ ਹੈ। ਖੁੱਲ੍ਹੀ ਚਿੱਠੀ ਰਾਹੀਂ ਤੁਸੀਂ ਜਾਣਕਾਰੀ ਦਿੰਦੇ ਹੋਏ ਕਣਕ, ਦਾਲਾਂ, ਹੋਰ ਅਨਾਜ, ਜਿਵੇਂ ਤੁਸੀਂ ਦੇਖਦੇ ਹੋ ਕਿ ਪੋਸਟਰ ਲੱਗੇ ਹੋਏ ਹੁੰਦੇ ਨੇ ਵੀ ਜੇ ਕੋਈ ਨਵੀਂ ਦੁਕਾਨ ਖੁੱਲ੍ਹਦੀ ਹੈ ਚੱਕੀ ਵਗੈਰਾ ਦੀ ਵੀ ਇੱਥੇ ਇਹ ਸਹੂਲਤਾਂ ਨੇ, ਹੈ ਨਾ, ਤੁਸੀਂ ਇਹ ਆਟਾ ਪਿਸਵਾਓ, ਤਾਂ ਸੇਮ ਉਸੇ ਤਰੀਕੇ ਨਾਲ ਤੁਸੀਂ ਉਹ ਪੋਸਟਰ ਤਿਆਰ ਕਰਨਾ, ਉਹ ਹੁੰਦੀ ਹੈ ਖੁੱਲ੍ਹੀ ਚਿੱਠੀ। ਤਾਂ ਇਹਦੇ ਵਿੱਚ ਕਿਹਨਾਂ ਨੂੰ ਲਿਖਣੀ ਹੈ, ਇਲਾਕਾ ਨਿਵਾਸੀਆਂ ਨੂੰ ਲਿਖਣੀ ਹੈ। ਤਾਂ ਪਹਿਲ 'ਚ ਲਿਖਿਆ ਜਾਊਗਾ ਇਲਾਕਾ ਨਿਵਾਸੀਆਂ ਨਾਲ, ਤਾਂ ਖੁੱਲ੍ਹੀ ਚਿੱਠੀ ਲਿਖਣੀ ਆ। ਤਾਂ ਆਪਾਂ ਲਿਖਾਂਗੇ, ਪਿਆਰੇ ਇਲਾਕਾ ਨਿਵਾਸੀਓ, ਪਿਆਰੇ ਇਲਾਕਾ ਨਿਵਾਸੀਓ, ਆਪ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਊਗੀ, ਅਤਿਅੰਤ ਖੁਸ਼ੀ ਹੋਵੇਗੀ ਕਿ ਇਲਾਕੇ ਦੇ ਸਾਰੇ ਪਿੰਡਾਂ ਅਤੇ ਕੇਂਦਰ ਕਸਬਾ ਬੁੱਲੋਵਾਲ ਦੇ ਵਿੱਚ ਹੁਸ਼ਿਆਰਪੁਰ ਰੋਡ ਉੱਤੇ ਬਲਜੀਤ ਸਿੰਘ ਐਂਡ ਸੰਸ ਫਲੋਰ ਮਿਲ ਨਾਹੇਠ ਕਣਕ ਅਤੇ ਮੱਕੀ ਦਾ ਆਟਾ ਅਤੇ ਦਾਲਾਂ ਪੀਸਣ ਅਤੇ ਝੋਨਾ ਛੱਡਣ ਦੀਆਂ ਆਧੁਨਿਕ ਮਸ਼ੀਨਾਂ ਲਾ ਦਿੱਤੀਆਂ ਗਈਆਂ ਨੇ, ਅਤੇ ਇਹਦੇ ਨਾਲ ਹੀ ਇੱਕ ਰੂੰ ਪਿੰਜਣੀ ਵੀ ਲਗਾਈ ਹੋਈ ਹੈ। ਅਤੇ ਸਹੂਲਤਾਂ ਜਿਹੜੇ ਤੁਹਾਡੇ ਉਹ 'ਚ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਹ ਤੁਸੀਂ ਦੱਸਣੀਆਂ ਨੇ। ਤਾਂ ਇਹਦੇ ਵਿੱਚ ਹੈ ਵਿਸ਼ੇਸ਼ਤਾਵਾਂ, ਬਿਨਾਂ ਹੱਥ ਛੋਹੇ ਆਟੇ ਅਤੇ ਦਾਲਾਂ ਦੀ ਪਿਸਾਈ ਅਤੇ ਝੋਨੇ ਦੀ ਛੜਾਈ ਕਰਦੇ ਹਾਂ, ਠੀਕ ਹੈ। ਸਾਰਾ ਕੰਮ ਹੱਥਾਂ ਉੱਤੇ ਦਸਤਾਨੇ ਪਾ ਕੇ ਕੀਤਾ ਜਾਂਦਾ ਹੈ। ਖੁਰਾਕੀ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਕੇ ਰੱਖਣ ਵਾਲੀ ਪਿਸਾਈ ਕੀਤੀ ਜਾਂਦੀ ਹੈ, ਠੀਕ ਹੈ। ਅਤੇ ਰੂੰ ਨੂੰ ਪਿੰਜਣ, ਰਜਾਈਆਂ, ਸਰਾਣੇ ਅਤੇ ਗੱਦੇ ਭਰਨ ਦਾ, ਨਗੰਦਨ ਦਾ ਵੀ ਪ੍ਰਬੰਧ ਹੈ। ਅਤੇ ਵਾਜਬ ਰੇਟ ਆ, ਭਾਵ ਕਿ ਰੇਟ ਜ਼ਿਆਦਾ ਮਹਿੰਗਾ ਨਹੀਂ ਹੈਗਾ, ਠੀਕ ਹੈ, ਵਾਜਬ ਹੈ ਅਤੇ ਸਹੀ ਹੈ। ਤਿਆਰ ਮਾਲ ਨੂੰ ਗਾਹਕਾਂ ਦੇ ਘਰ ਪਹੁੰਚਾਉਣ ਦਾ ਵੀ ਪ੍ਰਬੰਧ ਹੈ। ਗਾਹਕਾਂ ਦੀ ਤਸੱਲੀ ਬਖਸ਼ ਸੇਵਾ ਵੀ ਹੈ, ਠੀਕ ਹੈ। ਮਤਲਬ ਕਿ ਅਸੀਂ ਉਹਨਾਂ ਨੂੰ ਜੋ ਵੀ ਉਹ ਦਿੰਦੇ ਨੇ, ਮਤਲਬ ਕਿ ਉਹਨਾਂ ਦਾ ਉਸ ਢੰਗ ਦੇ ਨਾਲ ਹੀ ਉਹਨਾਂ ਦੇ ਸਾਰੀਆਂ ਜੋ ਵੀ ਆਟਾ ਵਗੈਰਾ ਪਿਸਵਾਇਆ ਜਾਂਦਾ, ਉਹਨਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੱਤਾ ਜਾਂਦਾ। ਇਹ ਨਹੀਂ ਹੈ ਕਿ ਵੀ ਨੁਕਸ ਨਿਕਲਣ ਉਹਨਾਂ ਦੇ ਵਿੱਚ, ਠੀਕ ਹੈ। ਤੁਹਾਡੇ ਵੱਲੋਂ ਦਿਲੀ ਸਹਿਯੋਗ ਅਤੇ ਉਤਸ਼ਾਹ ਮਿਲਣ ਦੀ ਉਮੀਦ ਆ, ਆਸ ਦੇ ਵਿੱਚ ਜਾਂ, ਠੀਕ ਹੈ। ਅਤੇ ਐਂਡ ਦੇ ਵਿੱਚ ਲਿਖਣਾ ਪ੍ਰਾਰਥਕ। ਹੁਣ ਇਹਦੇ ਵਿੱਚ ਵਿਸ਼ਵਾਸ ਪਾਤਰ ਨਾਲ ਲਿਖਣਾ, ਠੀਕ ਹੈ, ਪ੍ਰਾਰਥਕ। ਨੈਕਸਟ ਫਿਰ ਨੇਮ ਲਿਖ ਦੇਣਾ। ਹਾਂਜੀ, ਉਸ ਤੋਂ ਬਾਅਦ ਅੱਗੇ ਹੈਗਾ, ਹਾਂਜੀ, ਤੁਹਾਡੀ ਹੁਸ਼ਿਆਰਪੁਰ ਵਿਖੇ ਆੜਤ ਦੀ ਦੁਕਾਨ ਅਤੇ ਸਮੇਂ ਅਤੇ ਊਰਜਾ ਦੀ ਬੱਚਤ ਲਈ ਨੇੜਲੇ ਬੈਂਕ ਮੈਨੇਜਰ ਨੂੰ ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ, MSS ਅਲਰਟ ਸੇਵਾ ਸ਼ੁਰੂ ਕਰਨ ਲਈ ਬੇਨਤੀ ਪੱਤਰ ਲਿਖਣਾ।
ठीक है। इत्थे पहला एड्रैस दे देना, फिर तुसीं किहनूं लिखना, हुण इत्थों ही पता लग रहा बैंक के मैनेजर नूं, मैनेजर साहिब बैंक का नाम जिहड़ी मर्जी दा लिखो, पंजाब नैशनल बैंक, स्टेट बैंक ऑफ इंडिया, ठीक है, ICICI, जो मर्जी बैंक, घंटा घर हुशियारपुर, खाता नंबर, ठीक है, मोबाइल नंबर जो मर्जी लिखो। ये तुसी मोबाइल बैंकिंग शुरू करवानी है, नैट बैंकिंग शुरू करवानी है, तो MSS अलर्ट सेवा शुरू करवानी है, ठीक है। श्रीमान जी, बेनती है कि मेरी सब्जी मंडी हुशियारपुर ਦੇ ਵਿੱਚ ਆੜਤ ਦੀ ਦੁਕਾਨ ਹੈ ਤੇ ਮੈਨੂੰ ਪੈਸੇ ਦੇ ਲੈਣ ਦੇਣ ਸੰਬੰਧੀ ਕਾਫੀ ਤੇਜ਼ੀ ਤੇ ਕਾਹਲੀ ਤੋਂ ਕੰਮ ਲੈਣਾ ਪੈਂਦਾ, ਇਸ ਕਰਕੇ ਆਪ ਮੈਨੂੰ ਮੇਰੇ ਇਸ ਖਾਤੇ ਉਪਰੋਕਤ ਖਾਤਾ ਨੰਬਰ ਸੰਬੰਧੀ ਮੋਬਾਈਲ ਫੋਨ ਨੰਬਰ ਉੱਤੇ ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ ਤੇ MSS ਅਲਰਟ ਸੇਵਾ ਪ੍ਰਦਾਨ ਕਰੋ ਤੇ ਇਸ ਬਾਰੇ ਸੰਬੰਧੀ ਲੋੜੀਂਦੇ ਕੋਡ ਨੰਬਰ ਸੰਬੰਧੀ ਮੈਨੂੰ ਜਲਦੀ ਤੋਂ ਜਲਦੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ। ਨੈਕਸਟ ਹੈ, ਹਾਂਜੀ, ਤੁਸੀਂ ਪਿੰਡ ਦੀਆਂ ਕੁਛ ਗ੍ਰਹਿਣੀਆਂ ਭਾਵ ਕਿ ਜਿਹੜੇ ਕਿ ਔਰਤਾਂ, ਘਰੇਲੂ ਔਰਤਾਂ ਸੈਲਫ ਹੈਲਪ ਗਰੁੱਪ ਸ਼ੁਰੂ ਕਰਨ ਦੇ ਇੱਛੁਕ ਹੋ। ਇਸ ਸੰਬੰਧੀ ਇਸ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਪੱਤਰ ਲਿਖਣਾ। ਤਾਂ ਪਹਿਲਾਂ ਇੱਥੇ ਐਡਰੈਸ ਲਿਖ ਦੇਣਾ, ਪ੍ਰੀਖਿਆ ਭਵਨ ਡੈਸ਼ ਸ਼ਹਿਰ ਜਾਂ ਕੋਈ ਵੀ ਐਡਰੈਸ, ਕਿਹਨੂੰ ਲਿਖਣਾ ਇੱਥੋਂ ਹੀ ਪਤਾ ਲੱਗ ਰਿਹਾ, ਠੀਕ ਹੈ। ਤਾਂ ਤੁਸੀਂ ਲਿਖੋਗੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਅੱਗੇ ਜ਼ਿਲ੍ਹਾ, ਠੀਕ ਹੈ, ਵਿਸ਼ਾ ਗ੍ਰਹਿਣੀਆਂ ਦੇ ਸੈਲਫ ਗਰੁੱਪ ਸੰਬੰਧੀ। ਸ਼੍ਰੀਮਾਨ ਜੀ, ਅਸੀਂ ਆਪਣੇ ਪਿੰਡ ਖਾਨਪੁਰ ਦੇ ਵਿੱਚ, ਜਿਹੜਾ ਮਰਜ਼ੀ ਇੱਥੇ ਪਿੰਡ ਦਾ ਨਾਮ ਲਿਖ ਦਿਓ, ਇਹਦੇ ਵਿੱਚ ਇਸਤਰੀ ਸਸ਼ਕਤੀਕਰਨ ਲਈ ਗ੍ਰਹਿਣੀਆਂ ਦਾ ਇੱਕ ਸੈਲਫ ਗਰੁੱਪ, ਇਹ ਵਰਡ ਛੱਡ ਵੀ ਸਕਦੇ ਹੋ, ਠੀਕ ਹੈ। ਤੁਸੀਂ ਕਹਿ ਸਕਦੇ ਹੋ ਵੀ ਇਸਤਰੀਆਂ ਵੀ ਅਸੀਂ ਜਿਹੜੇ ਕਿ ਆਪਣੇ ਪਿੰਡ ਖਾਨਪੁਰ ਦੇ ਵਿੱਚ ਗ੍ਰਹਿਣੀਆਂ ਦਾ ਇੱਕ ਸੈਲਫ ਗਰੁੱਪ ਗਠਿਤ ਕਰਨਾ ਚਾਹੁੰਦੇ ਹਾਂ ਜਾਂ ਸ਼ੁਰੂ ਕਰਨਾ ਚਾਹੁੰਦੇ ਹਾਂ, ਅਤੇ ਸਾਰੀਆਂ ਔਰਤਾਂ ਕੋਈ ਨਾ ਕੋਈ ਕਿੱਤਾ ਆਰੰਭ ਕਰਨ ਲਈ ਬਹੁਤ ਉਤਸ਼ਾਹਿਤ ਨੇ, ਠੀਕ ਹੈ। ਤੇ ਇਸ ਉਦੇਸ਼ ਦੀ ਪੂਰਤੀ ਲਈ ਸਾਨੂੰ ਆਪਣੇ ਵਿਭਾਗ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਆਪ ਸਾਨੂੰ ਹੇਠ ਲਿਖੀ ਜਿਹੜੀ ਕਿ ਜਾਣਕਾਰੀ ਪ੍ਰਦਾਨ ਕਰੋ। ਤਾਂ ਜਾਣਕਾਰੀ ਦੇ ਵਿੱਚ ਤੁਸੀਂ ਪੁੱਛਣਾ ਹੈ ਵੀ ਅਸੀਂ ਪਿੰਡ ਦੇ ਵਿੱਚ ਸੈਲਫ ਹੈਲਪ ਲਈ ਕਢਾਈ, ਸਿਲਾਈ, ਬੁਣਾਈ ਅਤੇ ਕੱਪੜੇ ਧੋਣ ਦੇ ਸਾਬਣ ਬਣਾਉਣੇ ਚਾਹੁੰਦੀ ਹਾਂ, ਠੀਕ ਹੈ, ਚਾਹੁੰਦੇ ਹੋ ਤੁਸੀਂ। ਤਾਂ ਇਸ ਲਈ ਸਹਿਕਾਰੀ ਜਿਹੜੀ ਵਿਭਾਗ ਵੱਲੋਂ ਕਿੰਨੀ ਤੁਹਾਨੂੰ ਸਹਾਇਤਾ, ਠੀਕ ਹੈ, ਵਿੱਤੀ ਸਹਾਇਤਾ, ਮਾਈਕ ਮਤਲਬ ਕਿ ਵਿੱਤੀ ਸਹਾਇਤਾ ਦਿੱਤੀ ਜਾਊਗੀ। ਅਤੇ ਕੀ ਸਹਿਕਾਰੀ ਸਭਾਵਾਂ ਕੋਲ ਔਰਤਾਂ ਦੇ ਗਰੁੱਪਾਂ ਨੂੰ ਲਾਹੇਵੰਦ ਕਿੱਤੇ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਸਿਖਲਾਈ ਦੇਣ ਦਾ ਵੀ ਕੋਈ ਪ੍ਰਬੰਧ ਹੈ ਤਾਂ ਉਹ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਇਸ ਦਾ ਲਾਭ ਉਠਾਇਆ ਜਾ ਸਕੇ। ਜਲਦ ਉੱਤਰ ਦੀ ਉਡੀਕ ਦੇ ਵਿੱਚ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ। ਅੱਗੇ ਹੈ, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸ ਦਿਓ। ਏਜੰਟ ਬਣਨ ਦੇ ਪੱਤਰ ਲਿਖਣਾ, ਪਹਿਲਾਂ ਐਡਰੈਸ ਲਿਖਣਾ, ਨਾ ਹਵਾਲਾ ਨੰਬਰ, ਮਿਤੀ, ਠੀਕ ਹੈ। ਕਿਹਨੂੰ ਲਿਖਣੀ ਆ ਹੁਣ, ਬੀਮਾ ਏਜੰਟ ਬਣਨਾ ਤੁਸੀਂ ਚਾਹੁੰਦੇ ਹੋ, ਠੀਕ ਹੈ, ਜੀਵਨ ਬੀਮਾ ਨਿਗਮ ਨੂੰ। ਤਾਂ ਇਹਦੇ ਵਿੱਚ ਡਿਵੈਲਪਮੈਂਟ ਅਫਸਰ, ਠੀਕ ਹੈ, ਭਾਰਤ ਜੀਵਨ ਬੀਮਾ ਨਿਗਮ ਜਲੰਧਰ। ਫਿਰ ਵਿਸ਼ਾ LIC ਦਾ ਏਜੰਟ ਬਣਨ ਲਈ, ਠੀਕ ਹੈ, LIC ਦਾ ਏਜੰਟ ਬਣਨ ਲਈ, ਤੁਸੀਂ ਸਿੱਧਾ ਲਿਖ ਸਕਦੇ ਹੋ ਬੀਮਾ ਏਜੰਟ ਬਣਨ ਲਈ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ BA ਪਾਸ ਹਾਂ ਅਤੇ ਮਾਈਕਰੋਸਾਫਟ ਆਫਿਸ ਦਾ ਕੋਰਸ ਵੀ ਕੀਤਾ ਹੋਇਆ। ਮੈਂ ਜੀਵਨ ਬੀਮਾ ਨਿਗਮ ਦਾ ਏਜੰਟ ਬਣਨਾ ਚਾਹੁੰਦਾ। ਇਸ ਸੰਬੰਧੀ ਹੋਣ ਵਾਲੀ ਪ੍ਰੀ ਲਾਇਸਿੰਗ ਟੈਸਟ ਨੂੰ ਦੇਣ ਲਈ ਤਿਆਰ ਹਾਂ ਕਿ ਇਸ ਸੰਬੰਧੀ ਮੇਰਾ ਨਾਂ ਦਾਖਲ ਕਰ ਲਿਆ ਜਾਵੇ ਅਤੇ ਪ੍ਰੀਖਿਆ ਦੇਣ ਦੇ ਕੋਰਸ ਅਤੇ ਮਿਤੀ ਸੰਬੰਧੀ ਮੈਨੂੰ ਸੂਚਿਤ ਕੀਤਾ ਜਾਵੇ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ। ਅੱਗੇ ਹੈ, ਤੁਸੀਂ ਹੁਣੇ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਅਤੇ ਆਪਣਾ ਕਾਰੋਬਾਰ ਚਲਾਉਣ ਲਈ ਇਲਾਕੇ ਨਿਵਾਸੀਆਂ ਨੂੰ ਸੇਵਾਵਾਂ ਦਾ ਲਾਭ ਉਠਾਉਣ ਲਈ ਖੁੱਲ੍ਹੀ ਚਿੱਠੀ ਲਿਖਣੀ ਹੈ। ਤਾਂ ਇਹ ਵੀ ਇਲਾਕਾ ਨਿਵਾਸੀਆਂ ਦੇ ਨਾਂ 'ਤੇ ਆਊਗੀ, ਇਲਾਕਾ ਨਿਵਾਸੀਆਂ ਦੇ ਨਾਂ ਖੁੱਲ੍ਹੀ ਚਿੱਠੀ। ਅਤੇ ਫਿਰ ਤੁਸੀਂ ਲਿਖੋਗੇ ਮੈਂ ITI ਜਲੰਧਰ, ਜਿੱਥੋਂ ਮਰਜ਼ੀ ਤੁਸੀਂ ਲਿਖ ਸਕਦੇ ਹੋ ਕਿੱਥੋਂ ਕੀਤੀ ਆ, ਠੀਕ ਹੈ, ਬਿਊਟੀ ਪਾਰਲਰ ਦਾ ਕੋਰਸ। ਬਿਊਟੀਸ਼ਨ ਦਾ ਡਿਪਲੋਮਾ ਪਾਸ ਕਰਕੇ ਕਰੇਜ਼ ਬਿਊਟੀ ਪਾਰਲਰ ਜਲੰਧਰ ਤੋਂ 2 ਸਾਲ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੋਈ ਆ ਅਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਸੇਵਾਵਾਂ ਪ੍ਰਦਾਨ ਕਰਨ ਲਈ ਆਦਮਪੁਰ, ਜਿਹੜਾ ਮਰਜ਼ੀ ਪਿੰਡ ਤੁਸੀਂ ਲਿਖ ਸਕਦੇ ਹੋ ਵੀ ਉੱਥੇ ਜਿਹੜਾ ਬਿਊਟੀ ਪਾਰਲਰ ਦਾ ਜਿਹੜਾ ਤੁਸੀਂ ਨਾਮ ਰੱਖਿਆ, ਠੀਕ ਹੈ, ਵੀਨਸ ਬਿਊਟੀ ਪਾਰਲਰ ਖੋਲ੍ਹਿਆ, ਜਿੱਥੇ ਲੜਕੀਆਂ ਅਤੇ ਔਰਤਾਂ ਦੇ ਚਿਹਰੇ ਨੂੰ ਨਿਖਾਰਨ, ਵਾਲਾਂ, ਨਹੁੰਾਂ ਅਤੇ ਹੱਥਾਂ ਪੈਰਾਂ ਨੂੰ ਸਜਾਉਣ ਸ਼ਿੰਗਾਰਨ ਦਾ ਤਸੱਲੀ ਬਖਸ਼ ਪ੍ਰਬੰਧ ਹੈ। ਅਤੇ ਇਸ ਤੋਂ ਇਲਾਵਾ ਦੁਲਹਨ ਦੇ ਸ਼ਿੰਗਾਰ ਅਤੇ ਤਿਆਰੀ, ਭਿੰਨ ਹੇਅਰ ਸਟਾਈਲ ਅਤੇ ਕਟਿੰਗ, ਮਸਾਜ, ਹੱਥਾਂ ਪੈਰਾਂ ਉੱਤੇ ਮਹਿੰਦੀ ਦੇ ਨਮੂਨੇ ਸਜਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਅਤੇ ਆਸ ਹੈ, ਉਮੀਦ ਹੈ ਕਿ ਇਲਾਕਾ ਨਿਵਾਸੀ ਇਸ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪੱਤਰ, ਠੀਕ ਹੈ। ਸੋ ਇਹ ਸੀ ਤੁਹਾਡੇ ਅਨਸੋਲਵਡ, ਠੀਕ ਹੈ, ਪੱਤਰ। ਥੈਂਕਸ।